कल भी सानू धरना देना पिया उत्थे 3 कोनी ते अज असीं तंग होई जाने धक्के नाल बंदा अंदर वड़ जांदा वो गोलियां भी नहीं मिली जांदियां सानू ना कोई इत्थे कोई डॉक्टर आ रहा हैगा। मैं दसो साडा कसूर की है जी पहला तो इत्थे लाता जी हुण ये भी नहीं मिलती दसो की करिए असीं किधर 2 गोलियां डेलियां हुण सानू तां मिस्त्री साथों जिहड़े असीं काम ते जाने जी अगला साथों नफरत करन लग गया भी इहदा दवाई लैंदे तुरे फिरदे नेगे भी इन्हां नूं की काम ते लाउणा गा। कल धरना ਜਾਂ ਲਾਇਆ 2 ਮਿੰਟ ਤਾਂ ਪੁਲਿਸ ਵਾਲੇ ਆਏ ਨੇ ਜੀ ਸਾਨੂੰ ਉਹ ਦਵਾਈ ਦਵਾ ਕੇ ਗਏ ਨੇ। ਹੁਣ ਜੇ ਇੱਕ ਦਿਨ ਇਹ ਦਵਾਈ ਬੰਦ ਕਰਦੇ ਨੇ ਜੀ ਇੱਕ ਦਿਨ ਦੇ ਵਿੱਚ ਹੀ ਸਾਡਾ ਜਲੂਸ ਨਿਕਲ ਜਾਂਦਾ ਸਾਥੋਂ ਇਹਦੇ ਬਿਨਾਂ ਤੁਰਿਆ ਨਹੀਂ ਜਾਂਦਾ ਜੀ। ਹੁਣ ਤੇ ਹੁਣ ਨਾ ਤਾਂ ਜੀਭ ਵਾਲੀ ਗੋਲੀ ਮਿਲਦੀ ਹੈ ਨਾ ਅਸੀਂ ਦਿਹਾੜੀ ਕਰ ਸਕਦੇ ਹਾਂ ਨਾ ਉਰੇ ਲੈਣ 'ਚ ਲੱਗੇ ਰਹਿੰਦੇ ਆ ਜੀ। ਜਵਾਕ ਸਾਨੂੰ ਭੁੱਖੇ ਮਰਨ ਵਾਲਾ ਸੌਦਾ ਹੈ। ਪੰਜਾਬ ਸਰਕਾਰ ਦੀ ਤਰਫੋਂ ਪੰਜਾਬ ਦੇ ਵਿੱਚ ਨਸ਼ਾ ਛੁਡਵਾਉਣ ਨੂੰ ਲੈ ਕੇ ਨਸ਼ਾ ਕੇਂਦਰ ਖੋਲ੍ਹੇ ਗਏ ਸੀ ਜਿੱਥੇ ਨਸ਼ੇੜੀਆਂ ਨੂੰ ਮੁਫਤ ਦਵਾਈ ਦਿੱਤੀ ਜਾ ਰਹੀ ਹੈ। ਮਾਨਸਾ ਦੇ ਵਿੱਚ ਵੀ ਨਸ਼ਾ ਛੁਡਾਊ ਕੇਂਦਰ ਬਣਾਇਆ ਗਿਆ ਸੀ ਜਿੱਥੇ ਹਰ ਰੋਜ਼ ਨਸ਼ਾ ਛੁਡਵਾਉਣ ਵਾਲੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਨੇ। ਇਹ ਲੋਕ ਪਿਛਲੇ 3 ਸਾਲਾਂ ਤੋਂ ਨਸ਼ਾ ਕੇਂਦਰ ਦੇ ਵਿੱਚ ਦਵਾਈ ਲੈ ਰਹੇ ਹੈ ਪਰ ਹਾਲੇ ਤੱਕ ਨਸ਼ਾ ਨਹੀਂ ਛੱਡ ਸਕੇ। ਨਸ਼ੇੜੀਆਂ ਦਾ ਇਸ ਮਾਮਲੇ ਦੇ ਵਿੱਚ ਆਰੋਪ ਹੈ ਕਿ ਉਹਨਾਂ ਨੂੰ ਕੋਈ ਦੂਜਾ ਨਸ਼ਾ ਦਿੱਤਾ ਜਾ ਰਿਹਾ ਹੈ। ਜੀ ਹਾਂ, ਇੱਕ ਨਸ਼ੇ ਤੋਂ ਹਟਾ ਕੇ ਕੋਈ ਸਰਕਾਰੀ ਨਸ਼ੇ ਤੇ ਇਹ ਲੋਕ ਲਗਾਉਂਦੇ ਹੈ ਪਰ ਉਹ ਵੀ ਨਸ਼ਾ ਜਾਂ ਫਿਰ ਉਹ ਵੀ ਦਵਾਈ ਉਹਨਾਂ ਨੂੰ ਸਿਰਫ 1 ਦਿਨ ਦੀ ਮਿਲਦੀ ਹੈ ਜਿਸ ਕਾਰਨ ਉਹ ਰੋਜ਼ਾਨਾ ਆ ਕੇ ਇੱਥੇ ਲੰਬੀਆਂ ਕਤਾਰਾਂ ਵਿੱਚ ਲੱਗ ਜਾਂਦੇ ਹੈ ਜਿਸ ਤੋਂ ਬਾਅਦ ਉਹ ਕੋਈ ਕੰਮਕਾਜ ਵੀ ਨਹੀਂ ਕਰ ਸਕਦੇ। मेरा नाम शुभदीप है सुनील कुमार जी ठीक है जी। मैं ਸਮੈਕ ਪੀਂਦਾ ਸੀ चिट्टा पींदा ਸੀਗਾ ਉਹ ਨਸ਼ਾ ਛੱਡਿਆ ਮੈਨੇ ਤਾਂ ਕਹਿੰਦੇ ਆ ਨਸ਼ਾ ਛਡਾਊ ਗੋਲੀ ਹੈਗੀ ਇਹ ਖਾਇਆ ਕਰੋ। ਹੁਣ ਇਹ ਖਾਣ ਲੱਗਣਾ ਮੈਂ ਸਾਲ ਡੇਢ ਸਾਲ ਤੋਂ ਕੱਲ ਵੀ ਸਾਨੂੰ ਧਰਨਾ ਦੇਣਾ ਪਿਆ ਉੱਥੇ 3 ਕੋਨੀ ਤੇ ਅੱਜ ਅਸੀਂ ਤੰਗ ਹੋਈ ਜਾਨੇ ਧੱਕੇ ਨਾਲ ਬੰਦਾ ਅੰਦਰ ਵੜ ਜਾਂਦਾ ਉਹ ਗੋਲੀਆਂ ਵੀ ਨਹੀਂ ਮਿਲੀ ਜਾਂਦੀਆਂ ਸਾਨੂੰ ਨਾ ਕੋਈ ਇੱਥੇ ਕੋਈ ਡਾਕਟਰ ਆ ਰਿਹਾ ਹੈਗਾ। ਆ ਦਵਾਈ ਕਹਿੰਦੇ ਵੀ ਸਹੀ ਹੈਗੀ ਤੁਹਾਨੂੰ ਨਸ਼ਾ ਕਹਿੰਦੇ ਵੀ ਸਾਰਾ ਕੋਈ ਨਸ਼ਾ ਕਰਨ ਦੀ ਲੋੜ ਨਹੀਂ ਪੈਣੀ ਠੀਕ ਹੈ ਜੀ ਵੀ ਤੁਹਾਡੇ ਤੋਂ ਕੰਮ ਕਾਰ ਠੀਕ ਹੋਊਗਾ। ਇਹ ਤੋਂ ਬਿਨਾਂ ਹੁਣ ਕੰਮ ਵੀ ਨਹੀਂ ਹੁੰਦਾ ਜੀ ਦਿਹਾੜੀ ਮਰਦੀ ਉਹ ਅਲੱਗ ਕੱਲ ਵੀ 400 ਰੁਪਏ ਮਰ ਗਿਆ ਅੱਜ ਵੀ 400 ਰੁਪਏ ਮਰ ਗਿਆ। ਹੁਣ ਇਹ ਦੱਸੋ ਸਾਡਾ ਕਸੂਰ ਕੀ ਹੈ ਜੀ ਪਹਿਲਾਂ ਤਾਂ ਇਹ ਤੇ ਲਾਤਾ ਜੀ ਹੁਣ ਇਹ ਵੀ ਨਹੀਂ ਮਿਲਦੀ ਦਸੋ ਕੀ ਕਰੀਏ ਅਸੀਂ ਕਿੱਧਰ ਜਾਈਏ। ਜਾਂ ਤਾਂ ਫਿਰ ਅਸੀਂ ਗੱਡੀ ਦੀ ਲਾਈਨ ਥੱਲੇ ਆ ਕੇ ਮਰ ਜਾਂਦੇ ਹਾਂ ਜਾਂ ਬੱਸ ਬੁੱਸ ਥੱਲੇ ਤੇ ਊਂ ਧਰਨੇ ਤੇ ਬਹਿ ਜਾਂਦੇ ਜੀ ਚੜ੍ਹਾ ਦਿਓ ਸਾਡੇ ਤੇ ਕੀ ਊਂ ਵੀ ਮਰੀ ਜਾਂਦੇ ਜੀ। ਦੇਖੋ ਇਹ ਤੋਂ ਬਿਨਾਂ ਰਿਹਾ ਨਹੀਂ ਜਾਂਦਾ ਠੀਕ ਹੈ। ਮੇਰਾ ਨਾਮ 2 ਸਾਲ ਹੋ ਗਏ ਵੀਰੇ ਖਾਂਦੇ ਨੂੰ 2 ਦੇ ਵੀ 3 ਹੋ ਗਏ ਵੀਰੇ ਵੀ ਸਾਨੂੰ ਆ ਦਵਾਈ ਲਾਇਆ ਗਾ ਜਦੋਂ ਇਹ ਦਵਾਈ ਲਾਤਾ ਵੀ ਹੋਰ ਕੋਈ ਨਸ਼ਾ ਪੱਤਾ ਸਾਰਾ ਵੀ ਹੋਰ ਕੁਛ ਨਹੀਂ ਤੁਸੀਂ ਆਪ ਕਰਨਾ ਅਸੀਂ ਨਸ਼ਾ ਖਾਣ ਲੱਗ ਗਏ। ਸਾਨੂੰ ਇਹ 2 ਗੋਲੀਆਂ ਦਿੰਦੇ ਡੇਲੀ ਦੀਆਂ ਜੀ 2 ਗੋਲੀਆਂ ਡੇਲੀਆਂ। ਹੁਣ ਸਾਨੂੰ ਤਾਂ ਮਿਸਤਰੀ ਸਾਥੋਂ ਜਿਹੜੇ ਅਸੀਂ ਕੰਮ ਤੇ ਜਾਂਦੇ ਜੀ ਅਗਲਾ ਸਾਥੋਂ ਨਫ਼ਰਤ ਕਰਨ ਲੱਗ ਗਿਆ ਵੀ ਇਹਦਾ ਦਵਾਈ ਲੈਂਦੇ ਤੁਰੇ ਫਿਰਦੇ ਨੇਗੇ ਵੀ ਇਹਨਾਂ ਨੂੰ ਕੀ ਕੰਮ ਤੇ ਲਾਉਣਾ ਗਾ ਪਹਿਲਾਂ ਤਾਂ ਜੀ। ਤੇ ਸਾਡੇ ਜਵਾਕ ਅੱਡ ਸਾਡਾ ਜਲੂਸ ਕੱਢਦੇ ਨੇ ਜੀ ਤਾਂ ਕਰਕੇ ਹੁਣ ਰੋਜ਼ ਅਸੀਂ ਹਫਤੇ ਦੀ ਦਵਾਈ ਲਿਖਾਈ ਬੈਠੇ ਹਾਂ ਜੀ ਹਫਤੇ ਦੀ। ਇਹ ਸਾਨੂੰ ਹੁਣ ਕਹਿੰਦੇ ਸਾਡਾ ਵੀ ਧਰਨਾ ਲੱਗਿਆਗਾ ਵੀ ਉਹ ਤਾਂ ਉੱਥੇ ਬੈਠੇ ਨੇਗੇ ਵੀ 2 ਦਿਨਾਂ ਦੀ ਦਵਾਈ ਮਿਲੂਗੀ। ਸਾਨੂੰ ਕੋਲ 2 ਦਿਨਾਂ ਦੀ ਦਵਾਈ ਦੇ ਕੇ ਰੋਜ਼ ਦੀ ਰੋਜ਼ 1 ਦਿਨ ਦੀ ਦਵਾਈ 1 ਦਿਨ ਦੀ ਦਵਾਈ ਹੁੰਦੀ ਆ ਰੋਜ਼ ਟੱਕਰਾਂ ਅੱਡ ਮਾਰਦੇ ਜੀ। ਕੱਲ ਤਾਂ ਬੰਦ ਹੀ ਕਰਤਾ ਸੀ ਕੰਮ ਇਹਨਾਂ ਨੇ। ਕੱਲ ਧਰਨਾ ਜਾਂ ਲਾਇਆ 2 ਮਿੰਟ ਤਾਂ ਪੁਲਿਸ ਵਾਲੇ ਆਏ ਨੇ ਜੀ ਸਾਨੂੰ ਉਹ ਦਵਾਈ ਦਵਾ ਕੇ ਗਏ ਨੇ। ਹੁਣ ਜੇ 1 ਦਿਨ ਇਹ ਦਵਾਈ ਬੰਦ ਕਰਦੇ ਨੇ ਜੀ 1 ਦਿਨ ਦੇ ਵਿੱਚ ਹੀ ਸਾਡਾ ਜਲੂਸ ਨਿਕਲ ਜਾਂਦਾ ਸਾਥੋਂ ਇਹਦੇ ਬਿਨਾਂ ਤੁਰਿਆ ਨਹੀਂ ਜਾਂਦਾ ਜੀ। ਹੁਣ ਅਸੀਂ ਤੁਰਨੋਂ ਰਹਿ ਕੇ ਜਮੀ ਹੁਣ ਗੋਡੇ ਗਿੱਟੇ ਸਾਡੇ ਊਂ ਹੀ ਖੜੇ ਪਏ ਨੇ ਜੀ ਬਾਏ ਦਵਾਈ ਬਿਨਾਂ ਅਸੀਂ ਜਮਾ ਖਤਮ ਆਈਏ ਜੇ ਨਾ ਦਵਾਈ ਦੇਣਗੇ ਸਾਨੂੰ ਸਾਡਾ ਕੰਮਕਾਰ ਕੁਛ ਨਹੀਂ ਹੁੰਦਾ ਫਿਰ। ਭੁੱਕੀ ਖਾਂਦੇ ਸੀ ਉਰੇ ਸਾਨੂੰ ਕਹਿੰਦੇ ਵੀ ਨਸ਼ਾ ਛਡਾ ਦਿਆਂਗੇ ਜੀ ਤੁਹਾਨੂੰ ਜੀਭ ਵਾਲੀਆਂ ਗੋਲੀਆਂ ਨਾਲ ਹੈਂ ਤੇ ਹੁਣ ਨਾ ਤਾਂ ਜੀਭ ਵਾਲੀ ਗੋਲੀ ਮਿਲਦੀ ਹੈ ਨਾ ਅਸੀਂ ਦਿਹਾੜੀ ਕਰ ਸਕਦੇ ਹਾਂ ਨਾ ਉਰੇ ਲੈਣ 'ਚ ਲੱਗੇ ਰਹਿੰਦੇ ਆ ਜੀ। ਜਵਾਕ ਸਾਨੂੰ ਭੁੱਖੇ ਮਰਨ ਵਾਲਾ ਸੌਦਾ ਹੈ ਜੀ। ਦੱਸੋ ਅਸੀਂ ਕਿੱਧਰ ਜਾਈਏ। ਸਾਰੀ ਲੱਤਾਂ ਬਾਹਾਂ ਦੁਖਦੀਆਂ ਨੇ ਉਹ ਕਿਹੜੀ ਦਿੱਕਤ ਹੈ ਜਿਹੜੀ ਆਉਂਦੀ ਨਹੀਂ ਜੀ ਸਾਨੂੰ ਇਹ ਛੁੱਟਦੀ ਨਹੀਂ ਹੈਗੀ ਜੀ। ਇਹਦਾ ਭੁੱਕੀ ਨਾਲ ਵੀ ਮਾੜੀ ਹੈ ਜੀ। ਦੱਸੋ ਕੀ ਕਰੀਏ ਅਸੀਂ ਇਹਦਾ ਸਾਡਾ ਕੋਈ ਇੰਤਜ਼ਾਮ ਕਰੋ ਜਾਂ ਸਾਨੂੰ 7 ਦਿਨਾਂ ਦੀ ਦਵਾਈ ਦਿੱਤੀ ਜਾਵੇ ਫਿਰ ਵੀ ਅਸੀਂ ਚੱਲ ਆਪਦਾ ਜਵਾਕ ਪਾਲ ਲਈਏ ਜੀ। ਹੁਣ ਸਾਨੂੰ ਨਾ ਤਾਂ 1 ਦਿਨ ਦੀ ਦਵਾਈ ਦਿੰਦੇ ਨੇ ਦੱਸੋ ਉਹਦੇ ਨਾਲ ਕੀ ਕਰੀਏ। ਰੋਜ਼ ਦੀ ਰੋਜ਼ ਕਿੱਥੇ ਆ ਜਾਂਦਾ ਰੋਜ਼ ਦੀ ਰੋਜ਼ ਨਹੀਂ ਅਸੀਂ ਆ बहुत देर हो गई जी बहुत चिर हो गया दवाई ये समा दई जाते हैं नशा छुटता नहीं होर नशा कोई मिलता नहीं ये नशा उदू समा वध खराब करी जाता देंदे ने 1 दिन की दिंदे आ जे कितों आने बाहरों असीं मतलब 1 दिन की दवाई दिंदे हफ्ते की लिखाई फिरदे वो नहीं दिंदे 1 दिन की अज भी 1 दिन की दित्ती है फिर भी 1 दिन की दिंदे। ਤੁਸੀਂ ਖਾਂਦੇ ਕੀ ਸੀ ਪਹਿਲਾਂ भुक्की खांदे सी ਤੇ ਹੁਣ ਇਹ ਨਸ਼ਾ ਛੱਡ ਨਹੀਂ ਸਕਦੇ ना जी छुटता नहीं ਕੀ ਦਿੱਕਤ ਕੀ ਆਉਂਦੀ ਹੈ कि दिक्कत लत्तां बाहां दुखदियां लाइट रंगां लगदियां ना
ਬੁਰਾ ਹਾਲ ਹੋ ਜਾਂਦਾ ਛੱਡਦਾ ਫਿਰ ਰੋਜ਼ ਆ ਕੇ ਲਾਈਨ 'ਚ ਲੱਗਦਾ। ਰੋਜ਼ ਲੱਗਣਾ ਪੈਂਦਾ 8 ਵਜੇ ਆਏ ਡੇਲੀ। ਉਹ ਤਾਂ ਕਹਿੰਦੇ ਨਸ਼ਾ ਛੱਡੂਗਾ ਇਹ ਵੀ ਛੁੱਟੀ ਜੂ ਛੱਡਾਂ ਹੌਲੀ ਹੌਲੀ ਛੱਡ ਦਾਂਗੇ। ਇਹਦਾ ਸਾਨੂੰ ਮੈਨੂੰ ਲੱਗਦਾ 2 ਸਾਲ ਹੋ ਗਏ ਖਾਂਦਿਆਂ ਨੂੰ, ਅਜੇ ਤੱਕ ਛੁੱਟਿਆ ਨਹੀਂ। ਉੱਥੇ ਹੀ ਦੂਜੇ ਪਾਸੇ ਜਦੋਂ ਇਸ ਮਾਮਲੇ ਤੇ ਨਸ਼ਾ ਮੁਕਤੀ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਕੀ ਕਿਹਾ ਉਹ ਵੀ ਸੁਣੋ। तो इसी मंडे से 6 तारीख से हमारा जो स्टाफ है वो स्ट्राइक पे चला गया और उस वजह से ये थोड़ी परेशानी है क्योंकि जिस स्टाफ की हमने ड्यूटी लगाई थी ट्रेंड करके रखा हुआ था कि अगर ये स्ट्राइक पे जाएंगे करेंगे, उन्होंने अर्नड लीव ले ली। तो हमारे पास स्टाफ की शॉर्टेज से ऐसा हुआ, पर मैंने ऑल्टरनेट स्टाफ बना लिया है। रोज़ हम उसको बताते हैं कि कैसे काम करना है। तो जो नया स्टाफ है उसकी स्पीड थोड़ी कम है क्योंकि वो ध्यान से काम करता है कि कुछ गलती ना हो जाए। देखना पड़ता है कि इसको कितनी गोलियां देनी है और गिन के उतनी गोलियां दी जाती हैं एज़ पर गाइडलाइंस ऑफ द गवर्नमेंट। दिस इज़ वन। सेकंड पॉइंट है कि हमारे पास एक हाउस सर्जन काम करते थे डॉक्टर आशु, तो उनका कॉन्ट्रैक्ट ख़त्म हो गया 31 नवंबर को। तो हमने उसकी फ़ाइल भी मूव कर दी थी चंडीगढ़ के, इनका टाइम एक्सटेंड कर दो, जो अभी तक हुआ नहीं, क्योंकि वो एक ऐसे डॉक्टर थे जो सारा कुछ संभाल लेते थे और उनकी नॉलेज में था और इसका एक्सपीरियंस था। तो हमारे पास ना तो कोई ऑल्टरनेट डॉक्टर है, ना मेरे पास कोई स्टाफ है। तो मैं ऑल्टरनेट स्टाफ से काम कर रही हूँ और इनकी परेशानी को दूर करने के लिए हम इनका ना टाइम बदल रहे हैं क्योंकि ये दिहाड़ीदार लोग हैं और 9 बजे गवर्नमेंट का टाइम है, तो उससे ये थोड़े परेशान हो जाते हैं क्योंकि दिहाड़ी छूटती है। तो हम इसका 1 घंटा पहले 8 बजे का टाइम कर रहे हैं ताकि ये टाइम सिर इनको दवाई मिल जाए और ये समय सिर अपने काम पे जा सके। एंड क्या है? इसका एंड यही है कि ये जो दवाई है ये धीरे धीरे इसकी मात्रा कम होगी। जो ये खुद नशे की दवाई करते थे वो तो बॉडी को ख़राब करती है और मौत की तरफ ले जाती है। ये जो गवर्नमेंट की दवाई है ये उसके बराबर नहीं है। ये नशा नहीं है, ये एक भ्रम पैदा करता है कि नशा है और बॉडी ठीक काम करती रहे। तो जब इसकी मात्रा एज गाइडलाइंस पीछे से आती रहती हैं, इस पर स्टेबलाइज करके पेशेंट को जब हम धीरे धीरे इसकी मात्रा कम करेंगे, टेपर ऑफ करेंगे डोज, तो ये भी चली जाएगी और वो नॉर्मल ज़िंदगी जीने लगेगा। इनका कहना है कि अगर नहीं खाते तो उठ भी नहीं पाते लोग। वो अभी इनकी वो स्थिति नहीं आई है कि ये उठ सकें। दूसरा, कुछ लोग हैं कि दवाई 2 गोली खानी होती है, अपनी मर्ज़ी से 3 खा लेते हैं अपने आप को चुस्त करने के लिए। यहाँ के लोग उतने पढ़े लिखे नहीं हैं तो वो ये गलतियाँ कर रहे हैं। हम उनको समझाते हैं कि अपने आप ज़्यादा मात्रा ना खाओ क्योंकि फिर ज़्यादा मात्रा की आदत हो जाएगी और फिर वो उठ नहीं पाएंगे। तो जितनी डॉक्टर ने लिखी आप उतनी खाओ। और ये कई बार अपनी समस्या ज़्यादा बढ़ा चढ़ा के बताते हैं ताकि हमें ज़्यादा दवाई लगा दी जाए, क्योंकि इनकी ये सोच है कि ज़्यादा दवाई से हमारा शरीर ठीक चलता है, जबकि वास्तविकता ये नहीं है। ज़्यादा दवाई की आवश्यकता अगर नहीं तो इनको नहीं खानी चाहिए। जितनी मात्रा ज़रूरी है उतनी ही खाएं, उसी में इनका लाभ है। और उसको हम बहुत महीन मात्रा में धीरे धीरे कतरा कतरा उसको कम करते हैं डॉक्टर की देखरेख में, ताकि इनको कोई दुष्प्रभाव ना पड़े। और जब वो बिल्कुल कम हो जाएगा तो नीचे नीचे ये दवाई भी एक दिन छूट बहुत लोग ऐसे हैं जो 2 से 3 साल से खा रहे हैं, वो बोल रहे हैं कि मात्रा हमारी गोली की कम नहीं है। हमारे पास ना पूरे डिस्ट्रिक्ट में एक ही साइकेट्री के डॉक्टर हैं। हम चाहते हैं कि एक डॉक्टर और हो और इनकी सबकी फाइल्स रिवाइज करके वो करके करें, क्योंकि दवाई का जो निर्णय है वो साइकेट्री के डॉक्टर ही लेते हैं, या फिर गवर्नमेंट कुछ और MBBS डॉक्टर्स को इस कोर्स में ट्रेंड कर दे ताकि वो हो जाए। क्योंकि जब तक उनको ट्रेंड नहीं करते हम दूसरे डॉक्टर को इनकी दवाई से छेड़छाड़ करने नहीं देते। तो जो ट्रेंड डॉक्टर्स, अगर हमारे को MBBS डॉक्टर भी 3 ट्रेंड मिल जाएँ तो वो 2 भी मिल जाएँ तो हम इनकी सारी पूरे डिस्ट्रिक्ट को सेट कर देंगे, क्योंकि उन्हें पता होगा कि ये किस तरह से काम करना है। तो उन डॉक्टर्स को ट्रेनिंग दी जाए तो इनका मसला हल हो सकता है। ਨਸ਼ੇੜੀਆਂ ਦੇ ਵੱਲੋਂ ਲਗਾਏ ਗਏ ਆਰੋਪਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਅਤੇ ਕਿੰਨੀ ਕੁ ਨਹੀਂ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕਦਾ ਹੈ। D5 ਚੈਨਲ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।